जिथै जाए बह मेरा सतगुरु, सो थान सुहावा राम राजे। गुर सिखी सो थान भालिया, लै तूर मुख लावा। गुर सिखां की घाल थाएं पई, जिन हर नाम ध्यावा। जिन नानक सतगुर पूजिया, तैन हर पूज करावा। धन वाहिगुरु साहिब जी। मन चाओ भया प्रभ आगम सुनिया, हर मंगल गाओ सखी गृह मंदिर बनिया। हर गाओ मंगल नित सखिए, सोग दुख ना व्यापे। गुर चरण लागे दिन सुभागे, अपना पिर जापे। अनहत बाणी गुर शब्द जानी, हर नाम हर रस भोगो। कह नानक प्रभु आप मिलिया, कारण कारण जोगो। कह नानक प्रभु आप मिलिया, कारण कारण जोगो। जुगो जुग अटल चवर छतर तख्त दे मालक, हलत पलत सवार देनहार सतगुरु। गरीब निवाज सच्चे पातशाह गुरु ग्रंथ साहिब जी की पावन पवित्र हजूरी दे अंदर जुड़ मिल बैठे सत्कारयोग सतसंगी जनों, पातशाह जी की अपार किरपा बख्शिश के सदका पावन गुरबाणी दे नाल जुड़ मिल बैठण का सुभाग समा प्राप्त होया है। हर रोज़ आपां आनंद बाणी नूं लड़ीवार समझण का यतन कर रहे हैं। अज आपां जो आनंद बाणी के 34 नंबर पदे के उपर पहुँचे हाँ। गुरु अमरदास साहब पातशाह जी जो मुखारबिंद तो उचारण करते ने, इस सोहने उपदेश नूं आपां ने समझण का यतन करना है। आनंद बाणी की अवस्था है जो जां आनंद की अवस्था कह लीए, पड़ाव दर पड़ाव हुंदियां होइयां एक एक बचन नूं कमा के ही सतगुरु नूं मिलिया जा सकता है, आनंद खेड़ा चित्त विच आ सकता है। सो आओ आपां इस पदी की विचार नूं समझण का यतन करते हाँ। सतगुरु जितनी को समत बख्शते ने, रल मिल के आपस विच विचारां की सांझ पाइए। अगलेरियां होर विचारां आरंभ करन तो पहला गुरदरबार की मर्यादा निभा लईए जी। रल मिल के आपस विच पाइए फतेह की सांझ। इक्के बार कहण ते आखो जी वाहिगुरू जी का खालसा वाहिगुरू जी की फतेह। 「
ਪਾਵਨ ਉਪਦੇਸ਼ ਜੋ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਇਸ ਪਦੇ ਦੇ ਅੰਦਰ ਸਮਝਾਉਂਦੇ ਨੇ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਮਨ ਦੇ ਵਿੱਚ ਖੇੜਾ ਚਾਉ ਆਨੰਦ ਚਾਅ ਉਤਪੰਨ ਪੈਦਾ ਹੋਇਆ। ਕਿਉਂ ਹੋਇਆ ਕਿ ਇਸ ਘਰ ਦੇ ਵਿੱਚ ਪ੍ਰਭੂ ਦਾ ਆਗਮਨ ਹੋਣਾ ਹੈ। ਜਦੋਂ ਆਮ ਸਾਡੇ ਘਰਾਂ ਦੇ ਵਿੱਚ ਕਿਸੇ ਨੇ ਆਉਣਾ ਹੋਵੇ, ਰਿਸ਼ਤੇਦਾਰ ਪ੍ਰਾਹੁਣਿਆਂ ਨੇ ਆਉਣਾ ਹੋਵੇ, ਤਾਂ ਸਾਡੇ ਆਮ ਹਾਲਾਤ ਹੁੰਦੇ ਨੇ ਕਿ ਆਪਾਂ ਆਪਣੇ ਘਰ ਦੀ, ਆਪਣੇ ਆਲੇ ਦੁਆਲੇ ਦੀ ਸਫਾਈ ਕਰਦੇ ਹਾਂ ਕਿ ਬਾਹਰੋਂ ਬੰਦੇ ਆਉਣੇ ਨੇ। ਇੱਕ ਮਨ ਵਿੱਚ ਚਾਅ ਵੀ ਹੁੰਦਾ ਹੈ ਤੇ ਹਰੇਕ ਚੀਜ਼, ਜਿਹੜੀ ਚੀਜ਼ ਸੋਹਣੀ ਲੱਗਦੀ ਹੈ, ਕਿਹੜੇ ਥਾਂ ਤੇ ਟਿਕਾਉਣੀ ਆ, ਆਪਾਂ ਉਹਨੂੰ ਟਿਕਾਉਣ ਦਾ ਯਤਨ ਕਰਦੇ ਹਾਂ। ਜਦੋਂ ਰਿਸ਼ਤੇਦਾਰ ਕਿਸੇ ਨੇ ਜਾਂ ਪ੍ਰਾਹੁਣੇ ਨੇ ਆਉਣਾ ਹੋਵੇ ਘਰੇ, ਤਾਂ ਆਪਾਂ ਹਰੇਕ ਚੀਜ਼ ਥਾਂ ਪਰ ਥਾਂ ਟਿਕਾਉਂਦੇ ਹਾਂ, ਸਫਾਈ ਕਰਦੇ ਹਾਂ ਕਿ ਆਉਣ ਵਾਲੇ ਨੂੰ, ਵੇਖਣ ਵਾਲੇ ਨੂੰ ਚੰਗਾ ਲੱਗੇ, ਸੋਹਣਾ ਲੱਗੇ। ਤੇ ਨਾਲ ਇੱਦਾਂ ਕਰਦਿਆਂ ਸਫਾਈ ਕਰਦਿਆਂ ਜਿੱਥੇ ਸੋਹਣਾ ਸਮਾਨ, ਕੋਈ ਚੀਜ਼ ਸੋਹਣੀ ਲੱਗਣ ਵਾਲੀ ਜਿੱਥੇ ਥਾਂ ਤੇ ਟਿਕਾਉਂਦੇ, ਉੱਥੇ ਨਾਲ ਹੀ ਆਪਾਂ ਜਿਹੜਾ ਕਚਰਾ ਹੈ, ਕੂੜਾ ਹੈ, ਗੰਦਗੀ ਹੈ, ਉਹਨੂੰ ਵੀ ਇੱਕ ਪਾਸੇ ਕਰ ਦਿੰਦੇ ਹਾਂ। ਜਿਹੜੀ ਚੀਜ਼ ਚੰਗੀ ਨਹੀਂ ਲੱਗਦੀ ਜਾਂ ਜਿਹੜੀ ਚੀਜ਼ ਸੁੱਟਣ ਵਾਲੀ ਹੈ ਜਾਂ ਜਿਹੜੀ ਪਾਸੇ ਕਰਨ ਵਾਲੀ ਹੈ, ਉਹ ਆਪਾਂ ਕਰਦੇ ਹਾਂ। ਕੋਈ ਆਮ ਖਿਲਰੀ ਚੀਜ਼ ਪਾਈ ਹੋਵੇ, ਕੱਪੜੇ ਖਿਲਰੇ ਪਏ ਨੇ, ਅਖਬਾਰ ਖਿਲਰੇ ਪਏ ਨੇ, ਭਾਂਡੇ ਢੀਂਡੇ ਖਿਲਰੇ ਪਏ ਨੇ, ਜੋੜੇ ਜੁੱਤੀ ਖਿਲਰੇ ਪਏ ਨੇ, ਆਪਾਂ ਚੱਕ ਕੇ ਇੱਕ ਪਾਸੇ ਕਰਦੇ ਹਾਂ। ਸਫਾਈ ਕਰਨ ਦੇ ਵਿੱਚ ਕੋਈ ਤੋਟ ਨਹੀਂ, ਧੋ ਵੀ ਦਿੰਦੇ ਆ, ਨਵੇਂ ਪਰਦੇ, ਨਵੇਂ ਚਾਦਰਾਂ, ਨਵੇਂ ਗਦੈਲੇ ਇੱਦਾਂ ਲਾ ਕੇ ਆਪਾਂ ਸਾਰੀ ਸਫਾਈ ਕਰਦੇ ਹਾਂ ਕਿ ਆਉਣ ਵਾਲੇ ਨੂੰ ਚੰਗਾ ਲੱਗੇ, ਦੇਖ ਕੇ ਵਧੀਆ ਹੋਵੇ, ਖੁਸ਼ ਹੋਵੇ, ਉਹਨੂੰ ਵੀ ਚੰਗਾ ਲੱਗੇ, ਉਹਨੂੰ ਇੱਥੇ ਰਹਿਣਾ ਬੈਠਣਾ ਜਿੰਨਾ ਸਮਾਂ ਰਹਿਣਾ ਹੈ ਚੰਗਾ ਲੱਗੇ। ਜਿੱਥੇ ਸਫਾਈ ਕੀਤੀ ਉੱਥੇ ਅਸੀਂ ਜਿਹੜੀ ਗੰਦਗੀ ਹੈ ਘਰ ਦੀ, ਉਹ ਵੀ ਪਾਸੇ ਕਰ ਦਿੰਦੇ ਹਾਂ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਅੱਜ ਦਾ ਸੋਹਣਾ ਉਪਦੇਸ਼ ਵੇਖਿਓ, ਸਾਨੂੰ ਜਿਹੜਾ ਸਮਝਾ ਰਹੇ ਨੇ। ਕਹਿੰਦੇ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਮਨ ਦੇ ਵਿੱਚ ਚਾਅ ਪੈਦਾ ਹੋਇਆ ਕਿ ਪ੍ਰਭੂ ਦਾ ਆਗਮਨ ਹੋਣਾ ਹੈ, ਭਾਵ ਪ੍ਰਭੂ ਨੇ ਆਉਣਾ ਹੈ। ਪਰਮਾਤਮਾ ਦਾ ਇਹ ਨਹੀਂ ਹੁੰਦਾ ਕਿ ਜਾਂ ਕੋਈ ਦਿਨ ਆਉਣਾ ਹੈ ਜਾਂ ਕੋਈ ਵਿਸ਼ੇਸ਼ ਸਮਾਂ ਆਉਣਾ ਹੈ। ਪਰਮਾਤਮਾ ਹਮੇਸ਼ਾ ਆਉਣ ਦੇ ਲਈ ਤਿਆਰ ਹੈ, ਹਮੇਸ਼ਾ ਤੇਰੇ ਹਿਰਦੇ ਘਰ ਦੇ ਵਿੱਚ ਬੈਠਣ ਨੂੰ ਤਿਆਰ ਹੈ। ਪਰ ਗੱਲ ਇਹ ਹੈ ਕਿ ਸਾਡੀ ਤਿਆਰੀ ਕੋਈ ਨਹੀਂ, ਸਾਡੀ ਤਿਆਰੀ ਕੋਈ ਨਹੀਂ। ਪ੍ਰਭੂ ਦਾ ਆਗਮਨ ਹੋਣਾ ਹੋਵੇ, ਹਰ ਪਲ ਉਹਦੇ ਆਉਣ ਦੀ ਤਿਆਰੀ ਹੈ, ਜਦੋਂ ਮਰਜ਼ੀ ਆ ਜਾਵੇ, ਪਰ ਸਾਡੀ ਤਿਆਰੀ ਨਹੀਂ। ਜਿਹੜਾ ਕੁਝ ਸਵਾਰਨਾ ਸੀ ਉਹ ਸਵਾਰਿਆ ਨਹੀਂ। ਆਪਣਾ ਧਰਮ ਦੇ ਵਿੱਚ ਗੱਲ ਕਰ ਰਹੇ ਹਾਂ, ਗੁਰਬਾਣੀ ਨੂੰ ਆਧਾਰ ਬਣਾ ਕੇ ਆਪਣੇ ਜੀਵਨ 'ਤੇ ਗੱਲ ਲਾ ਰਹੇ ਹਾਂ। ਪ੍ਰਭੂ ਦੇ ਆਗਮਨ ਦੀ ਗੱਲ ਹੋਵੇ, ਪ੍ਰਭੂ ਨੇ ਆਉਣਾ ਹੋਵੇ, ਪਰ ਸਾਡੀ ਕੋਈ ਆਪਣੀ ਤਿਆਰੀ ਨਹੀਂ, ਕੋਈ ਸਫਾਈ ਨਹੀਂ ਕਿ ਪ੍ਰਭੂ ਨੇ ਆਉਣਾ ਹੈ। ਆਉਣਾ ਕਿੱਥੇ ਆ? ਹਿਰਦੇ ਵਿੱਚ ਆਉਣਾ ਹੈ।
पर साडी कोई तैयारी नहीं, ना किसी सफाई दी, ना कोने दी किसी दी सफाई कीती, ना अपने हिरदे घर दी सफाई कीती है। सारी गंदगी उवें दी उवें पई है, प्रभु आवे किदां? ते जे उन्हें आउणा है तो सफाई भी तो लाजमी है ना, जरूरी है ना करनी। ते जे वो उदास ही रह गया फिर आए का भी फायदा नहीं। लाजमी है सफाई करनी, जरूरी है। तो सफाई दे नाल नाल जिहड़ी कुछ गंदगी है, जिहड़ी काम आउण वाली नहीं, वो भी सुट्टनी पैनी है। प्रभु का आगमन होवे, सानू सफाई करनी पैनी है। हिरदे घर दे विच उस परमात्मा का आगमन होना है, आउणा होना है। तो सफाई अत जरूरी है, जिहदे वास्ते साडी कोई तैयारी नहीं। सारा कुछ उदा ही अंदर पिया है, जिन्ना कुछ भी फरेब, झूठ, बुराइयां, सारा कुछ उस तरह नक्को नक भरिया पिया है, कोई सफाई नहीं। जिहड़ी चीज़ सी आपो अपने थां ते नहीं है, जिहड़ी चीज़ अपने आप थां ते जिहड़ी टिकनी सी उत्थे नहीं है, जिहड़ा उहदा काम सी वो आपो अपना काम नहीं कर रहे, सारा खलारा पिया होया है। जिहड़े काम दे लई चीज़ सी वो चीज़ वो काम नहीं कर रहे, हरेक चीज़ का खलारा है। अपने आप दे विच झात मारियो, हरेक चीज़ का खलारा पिया होया है। परमात्मा वसे किदां? हरेक चीज़ का। तो जे रब नूं चित्त विच लैके आउणा है तो पहलां तो सफाई सानू करनी पैनी है ना, घर दे कोने कोने दे। ते इस हिरदे घर नूं अपने शरीर दे विच जदों रब ने आउणा है तो वेखना पैना है, उहदे काबल दा इह घर नूं बनाउणा भी पैना है, उहदे काबल बनाउणा पैना है, फिर किते आके वसेगा। ते जे आपां जोर लाइए रब नूं मिलण दा, रब नूं मिलण दा जोर लाइए तो शरीर तो असीं हर रोज़ ही धोने आ बाहरों चंगी तरह, दिन दे विच 2-3 वारी तो आपां साफ कर ही लैने। सोहणे वस्त्र भी पहन लैने, गंदे हो गए बदल लए, मिट्टी घट्टा शरीर ते है साफ कर लिया, हो गया। पर रब ने साडे शरीर दे नाल नहीं, साडे शरीर तक नहीं आउणा, उहने साडे हिरदे विच आउणा है, हिरदे घर दे विच आउणा है। ते सफाई तो उत्थे जरूरी है ना, पर साडा बहुता जोर बाहरी सफाई ते, अंदर दी सफाई नहीं। कोई चीज़ अपने टिकाणे ते नहीं, अखां अपना काम नहीं कर रही, वो अपने टिकाणे ते नहीं, कन अपने टिकाणे ते नहीं, जुबान अपने टिकाणे ते नहीं, हथ पैर साडे अपने टिकाणे ते नहीं, आपो अपना फर्ज भुल्ली बैठे ने। रब दा आगमन किदां होवे? हाँ ठीक है, सफाई कोई नहीं, जिहड़ी खराबी सी, कूड़ कबाड़ सी, कूड़ा सी, उहनूं पासे नहीं कीता, पर फॉर्मैलिटियां बहुत कीतियां। फॉर्मैलिटियां सिर्फ बखावा, बखावा वो भी बाहरों, अंदरों नहीं, बाहरों। बाहरों सवरण का बहुता जोर, बाहरों धर्मी बनन का बहुता जोर, किते रब हुणी मिल पवे ते रब वो इत्थे नहीं आउंदा। उन्हें हिरदा घर है ना जिहड़ा, उन्हें उत्थे आउणा है, उन्हें उत्थे वसना है। सवरना वो थां है, चंगा तां उहनूं लगना है जे वो हिरदे विच आवेगा। पहलां तैनूं काबल बनना पवेगा, ये नहीं रब आवे तां किते बुराइयां अंदरों निकलनियां ने, नहीं। पहलां बुराइयां कड्ढणियां पैणियां ने, फिर किते रब आवेगा। पहलां सानूं उद्यम करना पैना है। सुच होवे तां सच पाईए, सुच तां आउणी है जे सच अराधांगे, सच कमावांगे। ये नहीं कि रब आउण दे नाल सफाई होनी है, नहीं, ये भुलेखा है। सफाई पहलां सानू करनी पैनी है, अपना हिरदा पहलां सानू साफ करना पैना है, फिर रब वसेगा, किरपा फिर होनी है। पहलां सानू इस राह ते तुरना पवेगा, उद्यम सानू करना पवेगा। हिरदे घर दे विच रब ने आउणा है, साडी तैयारी कोई नहीं, फॉर्मैलिटियां बहुतियां ने, सिर्फ
ਬਾਹਰੀ ਤੌਰ ਤਰੀਕੇ ਸਾਡੇ ਬਹੁਤੇ ਨੇ, ਪਾਠ ਪੂਜਾ ਸਾਡੀ ਬਹੁਤੀ ਹੈ, ਬਾਹਰੋਂ ਇਸ਼ਨਾਨ ਦਾਨ ਪੁੰਨ ਬਹੁਤ ਨੇ, ਪਰ ਇਹ ਹਿਰਦਾ ਘਰ ਉੱਦਾਂ ਹੀ ਗੰਦਗੀ ਦੇ ਨਾਲ ਭਰਿਆ ਪਿਆ ਹੈ। ਅਤੇ ਰੱਬ ਦਾ ਆਗਮਨ ਕਿੱਦਾਂ ਹੋਵੇ? ਹੋ ਹੀ ਨਹੀਂ ਸਕਦਾ। ਸਫਾਈ ਤਾਂ ਕਰਨੀ ਪੈਣੀ ਹੈ ਨਾ, ਸਫਾਈ ਕਰਨੀ ਪੈਣੀ ਹੈ, ਫੇਰ ਹੀ ਇਹ ਹਿਰਦਾ ਘਰ ਹੈ ਜਿਹੜਾ ਉਸ ਰੱਬ ਨੂੰ ਚੰਗਾ ਲੱਗਣਾ ਹੈ। ਆਪਾਂ ਆਪ ਉਪਦੇਸ਼ ਪੜ੍ਹਦੇ ਹਾਂ ਨਾ, ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਬਾਬਤ ਜਦੋਂ ਆਪਾਂ ਪੜ੍ਹਦੇ ਹਾਂ ਉਪਦੇਸ਼ ਸਤਿਗੁਰੂ ਜੀ ਦਾ, ਜਦੋਂ ਆਪਾਂ ਸਰੂਪ ਲਿਜਾਂਦੇ ਹਾਂ, ਬਹੁਤੇ ਵਾਰ ਤੁਸੀਂ ਇਹ ਸ਼ਬਦ ਸੁਣਿਆ ਹੋਣਾ ਹੈ, ਜਿੱਥੈ ਜਾਏ ਬਹੈ ਮੇਰਾ ਸਤਿਗੁਰੂ, ਸੁਥਾਨ ਸੁਹਾਵਾ ਰਾਮ ਰਾਜੇ। ਅਤੇ ਜਦੋਂ ਆਪਾਂ ਨੂੰ ਇਹ ਲੱਗਦਾ ਹੈ ਉਪਦੇਸ਼ ਕੇ ਧੰਨ ਗੁਰੂ ਗ੍ਰੰਥ ਸਾਹਿਬ ਜਾਣਗੇ, ਉਹ ਥਾਨ ਸੁਹਾਵਾ ਹੋ ਜਾਣਾ। ਥਾਨ ਤਾਂ ਸਾਰੇ ਹੀ ਸੁਹਾਵੇ ਨੇ, ਚੰਗੇ ਨੇ, ਕੋਈ ਥਾਂ ਮਾੜਾ ਨਹੀਂ ਹੁੰਦਾ। ਦੁਨੀਆ ਉਸ ਰੱਬ ਨੇ ਬਣਾਈ ਹੈ, ਸਾਰੇ ਥਾਂ ਹੀ ਚੰਗੇ ਨੇ, ਬਸ ਬੰਦੇ ਦੇ ਕਰਮ ਹੀ ਮਾੜੇ ਨੇ ਨਾ। ਥਾਂ ਥੋੜ੍ਹੀ ਮਾੜੀ ਹੈ, ਥਾਂ ਤਾਂ ਚੰਗੀ ਹੈ, ਥਾਂ ਥੋੜ੍ਹੀ ਮਾੜੀ ਹੋ ਗਈ, ਬਸ ਬੰਦੇ ਨੇ ਉੱਥੇ ਕਰਮ ਮਾੜੇ ਕੀਤੇ ਨਾ। ਥਾਂ ਥੋੜ੍ਹੀ ਮਾੜੀ ਹੈ, ਉਹੀ ਜ਼ਮੀਨ ਹੈ, ਉਹੀ ਥਾਂ ਹੈ ਜਿੱਥੇ ਕਿਸੇ ਦਾ ਘਰ ਵਸਦਾ ਹੈ, ਕਿੱਥੇ ਬੱਚੇ ਨਿਆਣੇ ਖੇਡਦੇ ਨੇ, ਜਾਂ ਉਹੀ ਥਾਂ ਹੈ ਜਿੱਥੇ ਕਦੇ ਫਸਲ ਉਗਦੀ ਹੈ, ਕਿੰਨਿਆਂ ਦਾ ਢਿੱਡ ਭਰਿਆ ਜਾਂਦਾ ਹੈ, ਉੱਥੇ ਕਿਤੇ ਹਾਤਾ ਖੁੱਲ੍ਹ ਜਾਵੇ, ਸ਼ਰਾਬ ਦਾ ਠੇਕਾ ਖੁੱਲ੍ਹੇ। ਥਾਂ ਥੋੜ੍ਹੀ ਮਾੜੀ ਹੈ, ਬੰਦੇ ਦਾ ਕਰਮ ਹੀ ਮਾੜਾ ਹੈ ਨਾ, ਬੰਦੇ ਨੇ ਮਾੜਾ ਕੀਤਾ। ਜਿੱਥੇ ਸਕੂਲ ਖੁੱਲ੍ਹਿਆ ਹੈ ਉੱਥੇ ਸ਼ਰਾਬ ਦਾ ਠੇਕਾ ਖੁੱਲ੍ਹ ਜਾਵੇ, ਥਾਂ ਨਹੀਂ ਨਾ ਮਾੜਾ, ਬੰਦੇ ਦੇ ਕਰਮ ਮਾੜੇ ਨੇ, ਉਹਨੇ ਜਿਵੇਂ ਦਾ ਕੀਤਾ ਉਹਨੇ ਮਾੜਾ ਕੀਤਾ, ਥਾਂ ਥੋੜ੍ਹੀ ਮਾੜਾ ਹੋ ਗਿਆ। ਤਾਂ ਰੱਬ ਦੀ ਬਣਾਈ ਹੋਈ ਜਗ੍ਹਾ ਸਾਰੀ ਪਵਿੱਤਰ ਹੈ, ਪਰ ਗੱਲ ਇਹ ਹੈ ਕਿ ਹਿਰਦਾ ਵੀ ਪਵਿੱਤਰ ਹੋਣਾ ਚਾਹੀਦਾ ਸੀ। ਰੱਬ ਨੇ ਤਾਂ ਮਾੜਾ ਨਹੀਂ ਨਾ ਬਣਾਇਆ, ਉਹਨੇ ਤਾਂ ਪੈਦਾ ਕੀਤਾ ਸੀ, ਪਰ ਝੂਠ ਫਰੇਬ ਬੁਰਾਈਆਂ ਵਿਕਾਰ ਬੰਦੇ ਨੇ ਖੁਦ ਵਸਾਏ ਨੇ ਹਿਰਦੇ ਵਿੱਚ, ਉਹਨੇ ਲੈ ਕੇ ਆਂਦੇ। ਅਤੇ ਆਹ ਪਾਵਨ ਉਪਦੇਸ਼ ਜਿਹੜਾ ਪੜ੍ਹ ਰਹੇ ਹਾਂ, ਜਿੱਥੈ ਜਾਏ ਬਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਇਹ ਬਾਹਰੀ ਥੋੜ੍ਹੀ ਹੈ ਕਿ ਆਪਾਂ ਬਾਹਰੋਂ ਕਰਦੇ ਰਹੀ ਕਿ ਗੁਰੂ ਗ੍ਰੰਥ ਸਾਹਿਬ ਜਾਣਗੇ ਜਿੱਥੇ ਥਾਨ ਸੁਹਾਵਾ ਹੋ ਜਾਣਾ। ਥਾਨ ਆਪਣੇ ਆਪ ਹੀ ਸੋਹਣੇ ਨੇ, ਸਾਰੇ ਚੰਗੇ ਨੇ, ਪਰ ਹਿਰਦਾ ਹੈ ਜਿਹੜਾ, ਹਿਰਦੇ ਨੂੰ ਸੋਹਣਾ ਬਣਾਉਣਾ ਹੈ। ਇੱਥੇ ਆ ਕੇ ਸਤਿਗੁਰੂ ਜਿੱਦਣ ਟਿਕ ਗਿਆ, ਜਿੱਦਣ ਹਿਰਦੇ ਵਿੱਚ ਸਤਿਗੁਰੂ ਆ ਗਿਆ, ਥਾਨ ਉਦਣ ਸੋਹਣਾ ਬਣਨਾ ਹੈ। ਆਹ ਹਿਰਦਾ ਕਾਰਨ ਹੈ ਜਿਹੜਾ, ਜਿੱਦਣ ਸਤਿਗੁਰੂ ਆ ਗਿਆ ਉਦਣ ਸੋਹਣਾ ਬਣਨਾ ਹੈ, ਪਰ ਤਿਆਰੀ ਤੈਨੂੰ ਕਰਨੀ ਪੈਣੀ ਹੈ, ਸਵਾਰਨਾ ਤੈਨੂੰ ਪੈਣਾ ਹੈ। ਜਿੱਦਣ ਸਤਿਗੁਰੂ ਆ ਗਿਆ ਉਦਣ ਇਹਨੇ ਸੋਹਣਾ ਵੀ ਬਣ ਜਾਣਾ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਪ੍ਰਭੂ ਦਾ ਆਗਮਨ ਹੋਣਾ ਹੈ, ਪਰ ਤਿਆਰੀ ਕੋਈ ਨਹੀਂ, ਤਿਆਰੀ ਕਰਨੀ ਪੈਣੀ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਸੋਹਣਾ ਬਣ ਜਾਣਾ ਹੈ, ਪਵਿੱਤਰ ਬਣ ਜਾਣਾ ਹੈ, ਪਰ ਆਪਣੇ ਨਿਯਮ, ਆਪਣੇ ਫਰਜ਼, ਆਪਣੇ ਕਰਮ ਇੰਦਰੀਆਂ ਨੂੰ ਸਹੀ ਜਗ੍ਹਾ 'ਤੇ ਰੱਖ। ਜਿੰਨੀ ਵੀ ਜਿਹੜੀ ਚੀਜ਼ ਹੈ ਹਰੇਕ ਨੂੰ ਆਪਣਾ ਸਹੀ ਦਰਜਾ ਦੇ, ਸਹੀ ਥਾਂ 'ਤੇ ਰੱਖ। ਸਤਿਗੁਰੂ ਨੇ ਚਿੱਤ ਵਿੱਚ ਆ ਵਸਣਾ ਹੈ। ਅੱਖਾਂ ਆਪਣਾ ਫਰਜ਼ ਸਮਝਣ, ਜ਼ੁਬਾਨ ਆਪਣਾ ਫਰਜ਼ ਸਮਝੇ, ਹੱਥ ਪੈਰ ਆਪਣੇ, ਕੰਨ ਆਪਣਾ ਫਰਜ਼ ਸਮਝਣ, ਤਾਂ ਸਾਰਾ ਕੁਝ ਠੀਕ ਹੋ ਜਾਣਾ। ਸਤਿਗੁਰੂ ਨੇ ਆ ਵਸਣਾ ਹੈ ਤਾਂ ਘਰ ਦਾ ਕੋਨਾ ਕੋਨਾ ਹੈ ਜਿਹੜਾ ਸੁਖੀ ਹੋ ਜਾਣਾ, ਹਰੇਕ ਚੀਜ਼ ਸੁਖੀ ਹੋਣੀ, ਸਾਰਾ ਕੁਝ ਹੀ ਚੰਗਾ ਹੋ ਜਾਣਾ ਹੈ। ਪਰ ਗੱਲ ਇਹ ਹੈ ਕਿ ਤੂੰ ਆਪ ਤਿਆਰੀ ਰੱਖ ਸਵਾਰਨ ਦੀ, ਆਪਣੇ ਘਰ ਨੂੰ ਸਵਾਰ। ਜੇ ਕਿਸੇ ਨੇ ਆਉਣਾ ਹੈ ਤਾਂ ਸਫਾਈ ਕਰਨੀ ਪੈਣੀ ਹੈ, ਸਵਾਰਨਾ ਪੈਣਾ ਹੈ, ਅਤੇ ਜਿਹੜੀ ਗੰਦਗੀ ਉਹਨੂੰ ਪਾਸੇ ਵੀ ਕੱਢਣਾ ਪੈਣਾ ਹੈ, ਪਾਸੇ ਵੀ ਕਰਨਾ ਪੈਣਾ ਹੈ। ਕਿਉਂਕਿ ਚੀਜ਼ਾਂ ਵਸਤਾਂ ਘਰੇ ਪਈਆਂ ਨੇ, ਉਹ ਖਰਾਬ ਤਾਂ ਹੀ ਲੱਗਦੀਆਂ ਨੇ ਨਾ ਜੇ ਉਹਨਾਂ ਦੇ ਉੱਤੇ ਕੂੜਾ ਰੇਤਾ ਪਿਆ ਹੋਵੇ, ਗੰਦਗੀ ਪਈ ਹੋਵੇ, ਅਤੇ ਸਾਫ਼ ਵੀ ਸਾਨੂੰ ਕਰਨਾ ਪੈਣਾ, ਫਿਰ ਉਹੀ ਚਮਕਦੀਆਂ ਨੇ, ਸੋਹਣੀਆਂ ਲੱਗਦੀਆਂ ਨੇ। ਅਤੇ ਇੱਦਾਂ ਹੀ ਆਹ ਸਰੀਰ ਨੂੰ ਸਵਾਰਨਾ ਪੈਣਾ ਹੈ, ਕਰਮ ਇੰਦਰੀਆਂ ਨੂੰ ਸਵਾਰਨਾ ਪੈਣਾ ਹੈ। ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਜਦੋਂ ਆਪਾਂ ਪੜ੍ਹਦੇ ਹਾਂ, ਸਤਿਗੁਰੂ ਜੀ ਕਹਿੰਦੇ ਇਹ ਤਾਂ ਪ੍ਰਮਾਤਮਾ ਦਾ ਘਰ ਹੈ, ਪਰ ਖਿਲਾਰਾ ਇੱਥੇ ਬੰਦੇ ਨੇ ਪਾਇਆ ਹੈ, ਖਿਲਾਰਾ ਮਨੁੱਖ ਨੇ ਪਾਇਆ ਹੋਇਆ। ਜਿੱਦਾਂ ਆਪਾਂ ਦੇਖਦੇ ਹਾਂ ਗੁਰਦੁਆਰੇ, ਆਪਾਂ ਨੂੰ ਲੱਗਦਾ ਗੁਰੂ ਦਾ ਘਰ ਹੈ, ਕੋਈ ਸ਼ੱਕ ਨਹੀਂ, ਗੁਰੂ ਦਾ ਘਰ ਹੈ। ਇੱਥੇ ਹਰੇਕ ਬੰਦਾ ਜਿਵੇਂ ਵੀ ਹੈ ਕੁਝ ਨਾ ਕੁਝ ਡਰ ਰੱਖਦਾ ਹੈ, ਨਸ਼ਾ ਪੱਤਾ ਇਤਿਆਦਿਕ ਨਹੀਂ ਕਰਕੇ ਜਾਣਾ, ਇੱਥੇ ਨਹੀਂ ਲੜਨਾ, ਕੁਝ ਗਲਤ ਨਹੀਂ ਬੋਲਣਾ, ਡਰ ਰਹਿੰਦਾ ਹੈ। ਪਰ ਆਹ ਸਰੀਰ ਜਿਹਨੂੰ ਪਾਵਨ ਉਪਦੇਸ਼ ਗੁਰਬਾਣੀ ਕਹਿੰਦੀ ਹੈ ਕਿ ਆਹ ਜਿਹੜਾ ਸਰੀਰ ਹੈ ਇਹ ਵੀ ਹਰੀ ਦਾ ਮੰਦਰ ਹੈ, ਹਰ ਮੰਦਰ ਇਹ ਸਰੀਰ ਹੈ, ਆਹ ਹਰੀ ਦਾ ਮੰਦਰ ਹੈ।
ਆ ਸਰੀਰ ਵੀ ਹਰੀ ਪ੍ਰਮਾਤਮਾ ਦਾ ਮੰਦਰ ਹੈ। ਜੇ ਅਸੀਂ ਦੁਨਿਆਵੀ ਗੁਰਦੁਆਰੇ ਦੇ ਵਿੱਚ ਡਰਦੇ ਹਾਂ, ਨਸ਼ਾ ਇਤਆਦਿਕ ਗਲਤ ਕੰਮ ਕਰਨ ਤੋਂ ਡਰਦੇ ਹਾਂ, ਪਰ ਇੱਥੇ ਗੰਦਗੀ ਕਿਉਂ? ਹਰਿਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਜਿੱਥੇ ਗਿਆਨ ਪ੍ਰਗਟ ਹੋਣਾ ਹੈ, ਜਿੱਥੇ ਸਮਝ ਪੈਦਾ ਹੋਣੀ ਹੈ, ਇਹ ਵੀ ਤਾਂ ਉਸ ਪਰਮਾਤਮਾ ਦਾ, ਪਰ ਇਹਦੇ ਵਿੱਚ ਗੰਦਗੀ ਕਿਉਂ? ਇੱਥੇ ਵੀ ਤਾਂ ਰੱਬ ਨੇ ਵਸਣਾ ਹੈ ਨਾ, ਇਹ ਵੀ ਤਾਂ ਉਹਦਾ ਥਾਨ ਹੈ ਨਾ। ਬਸ ਗੱਲ ਇਹ ਹੈ ਕਿ ਉਹਨੂੰ ਭੁਲਾਈ ਬੈਠੇ ਹਾਂ, ਸਾਨੂੰ ਸਮਝ ਨਹੀਂ ਕਿ ਉਹ ਇੱਥੇ ਵਸਦਾ ਹੈ। ਸਮਝ ਜਿੱਦਣ ਆ ਗਈ ਉਦਣ ਪਤਾ ਲੱਗਣਾ ਕਿ ਆਹ ਹਿਰਦਾ ਉਸ ਰੱਬ ਦਾ ਹੀ ਘਰ ਹੈ, ਪਰਮਾਤਮਾ ਦਾ ਘਰ ਹੈ, ਉਹਦਾ ਵਾਸਾ ਇੱਥੇ, ਹੋਰ ਕਿਸੇ ਦਾ ਨਹੀਂ। ਕੋਈ ਹੋਰ ਇੱਥੇ ਵਸ ਨਹੀਂ ਸਕਦਾ, ਸਿਰਫ ਤੇ ਸਿਰਫ ਮੇਰੇ ਹਿਰਦੇ ਵਿੱਚ ਉਹ ਸਤਿਗੁਰੂ ਪਰਮਾਤਮਾ ਵਸਦਾ ਹੈ। ਅਤੇ ਜਿੱਦਣ ਸਮਝ ਪੈ ਗਈ, ਜਿੱਦਣ ਮੱਤ ਆ ਗਈ, ਜਿੱਦਣ ਗੁਰੂ ਦਾ ਉਪਦੇਸ਼ ਸਮਝ ਵਿੱਚ ਆ ਗਿਆ, ਫਿਰ ਸਤਿਗੁਰੂ ਜੀ ਕਹਿੰਦੇ ਉਦਣ ਉਹ ਅਵਸਥਾ ਬਣਨੀ ਹੈ। ਗੁਰੂ ਨਾਨਕ ਸਾਹਿਬ ਦਾ ਸ਼ਬਦ ਆਪਾਂ ਆਮ ਪੜ੍ਹਦੇ ਹਾਂ, ਆਵੋ ਸੱਜਣਾ ਹਾਉ ਦੇਖਾਂ ਦਰਸ਼ਨ ਤੇਰਾ ਰਾਮ। ਆਵੋ, ਮੇਰਾ ਘਰ ਸਵਰ ਗਿਆ ਹੈ, ਆਓ ਮੈਂ ਤੁਹਾਡੇ ਲਈ ਖੜੀ ਹਾਂ, ਲਗਾਤਾਰ ਇੱਕ ਚਿੱਤ ਹੋ ਕੇ ਦੇਖ ਰਹੀਆਂ। ਇਸਤਰੀ ਰੂਪ ਦੇ ਵਿੱਚ ਗੱਲ ਕਰ ਰਹੇ ਨੇ। ਆਵੋ ਸੱਜਣਾ, ਮੇਰੇ ਹਿਰਦੇ ਵਿੱਚ ਆਓ, ਹਉ ਦੇਖਾਂ ਦਰਸ਼ਨ ਤੇਰਾ ਰਾਮ। ਘਰ ਆਪਣੜਾ, ਆਪਣੇ ਘਰ, ਹਿਰਦੇ ਘਰ ਦੇ ਵਿੱਚ ਮੈਂ ਖੜ ਗਈਆਂ। ਜਿਹਨੂੰ ਆਪਾਂ ਪੜ੍ਹਦੇ ਹਾਂ ਨਾ, ਥਿਰ ਘਰ ਬੈਸੋ ਹਰਜਨ ਪਿਆਰੇ, ਪਾਵ ਕੇ ਭੱਜ ਨਾ, ਡਗਮਗ ਨਾ ਕਰ, ਦੌੜਦਾ ਨਾ ਫਿਰ, ਆਪਣੇ ਟਿਕਾ ਵਿੱਚ ਆ, ਘਰ ਦੇ ਵਿੱਚ ਬੈਠ, ਇੱਕ ਥਾਂ 'ਤੇ ਟਿਕ ਜਾ। ਇਹਦਾ ਮਤਲਬ ਇਹ ਸਹਿਜ ਵਿੱਚ ਆ, ਟਿਕਾ ਲੈ ਕੇ ਆ, ਚਿੱਤ ਵਿੱਚ ਅਡੋਲਤਾ ਲੈ ਕੇ ਆ। ਥਿਰ ਘਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਜਿੱਦਣ ਅਸੀਂ ਟਿਕ ਗਏ ਨਾ, ਜਿੱਦਣ ਮਨ ਸਾਡਾ ਆਪਣੇ ਘਰ, ਸਿਰਫ ਆਪਣੇ ਤੱਕ ਸੀਮਿਤ ਹੋ ਗਿਆ, ਉਦਣ ਫਿਰ ਕਾਰਜ ਜਿਹੜੇ ਨੇ ਸਾਡੇ ਸਵਰਨੇ ਸ਼ੁਰੂ ਹੋ ਜਾਣਗੇ। ਥਿਰ ਘਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਫਿਰ ਸਤਿਗੁਰੂ ਨੇ ਤੁਹਾਡੇ ਕਾਰਜ ਸਵਾਰਨੇ ਨੇ। ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ। ਘਰ ਆਪਣੜਾ, ਖੜੀ ਤੱਕਾਂ, ਘਰੇ ਆਪਣੇ ਹਿਰਦੇ ਵਿੱਚ ਖੜ ਕੇ ਮੈਂ ਵੇਖ ਰਹੀ ਹਾਂ ਕਿ ਰੱਬ ਜੀ ਤੁਸੀਂ ਆਓ, ਮੈਂ ਮਨ ਚਾਓ ਘਨੇਰਾ ਰਾਮ। ਮਨ ਦੇ ਵਿੱਚ ਬੜਾ ਚਾਅ ਹੈ, ਖੁਸ਼ੀ ਹੈ ਕਿ ਤੁਸੀਂ ਆਓ, ਮੇਰੇ ਹਿਰਦੇ ਘਰ ਵਿੱਚ ਟਿਕੋ। ਅਤੇ ਆਪਾਂ ਸਤਿਗੁਰੂ ਜੀ ਦਾ ਉਪਦੇਸ਼ ਆਨੰਦ ਬਾਣੀ ਨੂੰ ਸਮਝ ਰਹੇ ਹਾਂ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪਰ ਗੱਲ ਇਹ ਹੈ ਕਿ ਸਤਿਗੁਰੂ ਤਾਂ ਪਾਇਆ ਜਾਣਾ ਹੈ ਜੇ ਤੇਰੀ ਖੁਦ ਦੀ ਤਿਆਰੀ ਹੋਵੇ। ਇਹ ਮਨ ਮੇਰੀ ਆ, ਤੂੰ ਸਦਾ ਰਹੋ ਰਨਾਲੀ। ਹਰੀ ਪ੍ਰਮਾਤਮਾ ਦੇ ਨਾਲ ਇਸ ਮਨ ਨੂੰ ਜੋੜਨਾ ਪੈਣਾ ਹੈ, ਫਿਰ ਉਹ ਸਤਿਗੁਰੂ ਹਿਰਦੇ ਵਿੱਚ ਆਉਣਾ ਹੈ, ਅਤੇ ਫਿਰ ਹੀ ਆ ਆਨੰਦ ਗੁਰਬਾਣੀ ਵਰਗਾ ਜੀਵਨ ਬਣ ਸਕਦਾ ਹੈ ਸਾਡਾ, ਜਿਹੜਾ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹੇ ਮੇਰੀਓ ਸਖੀਓ, ਹੇ ਮੇਰੀਓ ਸਹੇਲੀਓ, ਹਰੀ ਪ੍ਰਮਾਤਮਾ ਦੇ ਨਾਮ ਦਾ ਮੰਗਲ ਗਾਵੋ, ਕਿਉਂਕਿ ਉਹਨੇ ਇਸ ਹਿਰਦੇ ਘਰ ਦੇ ਵਿੱਚ ਅੱਜ ਆ ਜਾਣਾ ਹੈ। ਅਤੇ ਇਸ ਹਿਰਦੇ ਘਰ ਨੇ ਅੱਜ ਮੰਦਰ ਵਰਗਾ, ਧਰਮਸ਼ਾਲ ਵਰਗਾ ਬਣ ਜਾਣਾ ਹੈ, ਸੋਹਣਾ ਪਵਿੱਤਰ ਅਸਥਾਨ ਬਣ ਜਾਣਾ ਹੈ। ਇਹਨੇ ਮੇਰੇ ਹਿਰਦੇ ਨੇ ਅੱਜ ਗੁਰਦੁਆਰਾ ਬਣ ਜਾਣਾ ਹੈ, ਗੁਰੂ ਦੇ ਦਰ ਬਣ ਜਾਣਾ ਹੈ। ਇਸ ਅਕਾਲ ਪੁਰਖ ਪਰਮਾਤਮਾ ਨੇ, ਸਤਿਗੁਰੂ ਨੇ ਇੱਥੇ ਟਿਕਾ ਕਰਨਾ ਹੈ। ਅਤੇ ਇਹ ਨਹੀਂ, ਜਦੋਂ ਆਪਾਂ ਇੱਦਾਂ ਗੁਰਬਾਣੀ ਨੂੰ ਪੜ੍ਹਦੇ ਹਾਂ, ਇਹਦੀ ਸਮਝ ਵੀ ਪੈਣੀ ਹੁੰਦੀ ਆ, ਫਿਲੋਸਫੀ ਵੀ ਸਮਝਣੀ ਪੈਂਦੀ ਹੈ ਕਿ ਰੱਬ ਕਿਤੇ ਕਿਸੇ ਮੂਰਤ ਦੇ ਰੂਪ ਵਿੱਚ, ਕਿਸੇ ਚਾਨਣ ਕੋਈ ਸ਼ਕਤੀ ਦੇ ਰੂਪ ਵਿੱਚ ਨਹੀਂ ਵਸਦਾ, ਸਾਡੀ ਸੁਰਤ ਵਿੱਚ ਵਸਣਾ ਹੈ। ਉਹਨੇ ਸਾਡੇ ਵਿੱਚ ਸੁਭਾਅ ਦੇ ਰੂਪ ਦੇ ਵਿੱਚ, ਚੰਗੀ ਗੁਣਾਂ ਦੇ ਰੂਪ ਦੇ ਵਿੱਚ ਵਸਣਾ। ਚੰਗੇ ਗੁਣਾਂ ਦੇ ਰੂਪ ਵਿੱਚ ਰੱਬ ਸਾਡੇ ਵਿੱਚ ਵਸਦਾ ਹੈ। ਹਰ ਮੰਗਲ ਗਾਓ ਸਖੀ, ਇਹ ਮੇਰੀਓ ਸਖੀਓ, ਉਸ ਪ੍ਰਮਾਤਮਾ ਦਾ ਜਸ ਗਾਓ। ਸਖੀਆਂ ਮਤਲਬ ਹੁਣ ਦੁਨਿਆਵੀ ਤੇ ਗੱਲ ਤਾਂ ਨਹੀਂ, ਸਾਡੇ ਹਿਰਦੇ ਘਰ ਦੀ ਹੈ ਸਖੀਆਂ ਮੇਰੀਆਂ ਅੱਖਾਂ, ਮੇਰੇ ਕੰਨ, ਮੇਰੀ ਰਸਨਾ, ਸਾਰੀਆਂ ਸਖੀਆਂ ਨੇ ਉਸ ਪ੍ਰਮਾਤਮਾ ਦਾ। ਜਿਸ ਦਿਨ ਮੰਗਲ ਗਾਉਣੀਆਂ, ਰੱਬ ਦਾ ਆਵਣ ਜ਼ਰੂਰ ਹੋਵੇਗਾ, ਆਗਮਨ ਹੋਵੇਗਾ। ਹਰ ਮੰਗਲ ਗਾਓ, ਮੰਗਲ ਮਤਲਬ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਗਾਓ। ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੈ। ਜਿੱਦਣ ਉਸ ਪਰਮਾਤਮਾ ਦੀ ਸਿਫਤ ਸਲਾਹ ਗਾਉਣ ਲੱਗ ਪਏ, ਫਿਰ ਇਸ ਹਿਰਦੇ ਘਰ ਦੇ ਵਿੱਚ ਨਾ ਸੋਗ ਨਾ ਦੁੱਖ ਆ ਸਕਦਾ ਹੈ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਜਿਹੜੀ ਇਹ ਬਾਣੀ ਹੈ, ਉਪਦੇਸ਼ ਲੈ ਕੇ ਗੁਰੂ ਦਾ,
ਗਾਉਣ ਦਾ ਯਤਨ ਕਰ, ਉਹਦੀ ਸਿਫਤ ਸਲਾਹ ਕਰ, ਉਹਦੇ ਨਾਮ ਦਾ ਆਨੰਦ ਮਾਣਿਆ ਕਰ। ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਜਿੱਦਣ ਆ ਰਾਹ 'ਤੇ ਤੁਰ ਪਿਆ, ਆਪਣੇ ਚਿੱਤ ਵਿੱਚ ਆਪਣੇ ਹਿਰਦੇ ਵਿੱਚ ਰੱਬੀ ਗੁਣਾਂ ਨੂੰ ਲੈ ਆਇਆ, ਰੱਬੀ ਸੁਭਾਅ ਨੂੰ ਲੈ ਆਇਆ। ਜਿਹੜਾ ਉਹ ਕਰਨ ਕਾਰਨ ਪ੍ਰਮਾਤਮਾ ਹੈ ਨਾ, ਉਹਨੇ ਫਿਰ ਆਪਣੇ ਆਪ ਵਸ ਪੈਣਾ ਹੈ ਤੇਰੇ ਹਿਰਦੇ ਵਿੱਚ ਆ ਕੇ, ਤੈਨੂੰ ਆਪਣੇ ਆਪ ਮਿਲ ਪੈਣਾ ਹੈ। ਉਪਦੇਸ਼ ਪੜ੍ਹਦੇ ਨਾ ਭਾਈ ਗੁਰਦਾਸ ਜੀ ਦਾ ਬੜੀ ਵਾਰ ਸਾਂਝਾ ਕੀਤਾ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗਿਆ ਹੋਏ ਲੇਤ ਹੈ। ਬਸ ਤੁਰਨਾ ਤੈਨੂੰ ਪੈਣਾ ਹੈ, ਤੈਨੂੰ ਘਰੇ ਬੈਠਿਆਂ ਰੱਬ ਨਹੀਂ ਮਿਲ ਜਾਣਾ। ਬਸ ਤੈਨੂੰ ਉੱਦਮ ਕਰਨਾ ਪੈਣਾ ਹੈ, ਇਸ ਰਾਹ 'ਤੇ ਤੁਰਨਾ ਪੈਣਾ ਹੈ। ਅਤੇ ਸਿਰਫ ਫੋਰਮੈਲਿਟੀ ਨਹੀਂ, ਬਾਹਰੋਂ ਨਹੀਂ, ਤੈਨੂੰ ਅੰਦਰੋਂ ਤੁਰਨਾ ਪੈਣਾ ਹੈ। ਆਪਣੇ ਹਿਰਦੇ ਨਾਲ ਉਸ ਰੱਬ ਦੇ ਨੇੜੇ ਹੋਣਾ ਪੈਣਾ ਹੈ। ਸਰੀਰ ਕਰਕੇ ਤਾਂ ਅਸੀਂ ਬਹੁਤ ਨੇੜੇ ਹੋ ਗਏ ਗੁਰੂ ਦੇ, ਸਰੀਰ ਕਰਕੇ ਤਾਂ ਬਹੁਤ ਹੈ, ਸਰੀਰ ਕਰਕੇ ਤਾਂ ਅਸੀਂ ਨਾਲ ਹੀ ਰਹਿੰਦੇ ਹਾਂ, ਪੋਥੀਆਂ ਗੁਰਬਾਣੀ ਨਾਲ ਹੀ ਨੇ ਸਾਡੇ, ਬਹੁਤ ਨੇ ਪਈਆਂ ਹੋਈਆਂ, ਪਰ ਹਿਰਦੇ ਤੋਂ ਤਾਂ ਬਹੁਤ ਦੂਰ ਰਹਿਣਾ ਸੀ। ਪਰ ਗੱਲ ਇਹ ਹੈ ਕਿ ਹਿਰਦੇ ਨਾਲ ਜੁੜਨਾ ਹੈ। ਮਾਰਗ ਹੀ ਇਹ ਹੈ ਗੁਰੂ ਨੂੰ ਮਿਲਣ ਦਾ, ਸਤਿਗੁਰੂ ਨੂੰ ਮਿਲਣ ਦਾ, ਕਿ ਚਿੱਤ ਕਰਕੇ ਵੀ ਨੇੜੇ ਹੋਈਏ, ਚਿੱਤ ਗੁਰੂ ਵੱਲ ਭਜਾ ਲਈਏ, ਆਪਣੇ ਚਿੱਤ ਨੂੰ ਆਪਣੇ ਮਨ ਨੂੰ ਸੱਚ ਵਾਲੇ ਪਾਸੇ ਜੋੜੀਏ, ਤਾਂ ਸਤਿਗੁਰੂ ਨੇ ਆ ਵਸਣਾ ਹੈ, ਉਹਦੇ ਨਾਲ ਮਿਲਾਪ ਹੋ ਜਾਣਾ, ਚੰਗਾ ਜੀਵਨ ਬਦਲੇਗਾ, ਸਾਡਾ ਜੀਵਨ ਬਦਲੇਗਾ। ਚੰਗਾ ਜੀਵਨ ਬਣਨ ਦੇ ਲਈ ਫਿਰ ਬਹੁਤੀ ਦੇਰ ਨਹੀਂ, ਬਸ ਗੱਲ ਇਹ ਹੈ ਕਿ ਤੁਰਨ ਦਾ ਖੁਦ ਯਤਨ ਕਰੀਏ। ਦਾਤਾ ਰਹਿਮਤ ਕਰੇ ਸਾਨੂੰ ਵੀ ਸਮੱਤ ਆ ਜਾਵੇ, ਉਹ ਸਤਿਗੁਰੂ ਸਾਡੇ ਹਿਰਦੇ ਵਿੱਚ ਵੀ ਵਸ ਜਾਵੇ, ਤਾਂ ਹਮੇਸ਼ਾ ਲਈ ਸਾਡੇ ਚਿੱਤ ਵਿੱਚ ਖੇੜਾ ਬਣਿਆ ਰਵੇ। ਸੋ ਬੋਲਦਿਆਂ ਪਾਸੋਂ ਭਾਈ ਅਨੇਕਾਂ ਫੁੱਲਾਂ ਹੋਣੀਆਂ ਸੁਭਾਵਕ ਨੇ, ਸਤਿਗੁਰੂ ਜੀ ਬਖਸ਼ਣਯੋਗ ਨੇ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।